ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਕਿਰਿਆ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ MCQ। ਹਾਂਜੀ, ਜਿਹੜੇ ਵੀ ਸਟੂਡੈਂਟ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਕਿਰਿਆ ਟੌਪਿਕ ਆ ਜੋ ਇਹ ਪੇਪਰ A ਅਤੇ ਪੇਪਰ B ਦੋਵਾਂ ਦੇ ਲਈ ਹੀ ਬਹੁਤ ਇੰਪੋਰਟੈਂਟ ਟੌਪਿਕ ਆ। ਹਾਂਜੀ, ਕਿਰਿਆ ਜਾਣੀ ਕਿ ਵਰਬ। ਤੁਸੀਂ ਦੇਖਿਆ ਹੋਣਾ ਪੰਜਾਬੀ ਐਲੀਜੀਬਿਲਿਟੀ ਦੇ ਵਿੱਚ ਤੁਹਾਡਾ ਜੋ ਟੌਪਿਕ ਆ ਸ਼ਬਦ ਦੇ ਭੇਦ। ਸ਼ਬਦ ਦੇ 8 ਭੇਦ ਹੁੰਦੇ ਆ, ਨਾਮ, ਪੜਨਾਮ ਤੇ ਕਿਰਿਆ। फिर अगे आ जाता विशेषण, किरिया विशेषण, संबंधक, योजक, कारक। ठीक है, इस तरह ही जिहड़े 8 भेद हुंदे आ ते उन्हां दे विचों इंपॉर्टेंट है किरिया। बहुत सारे स्टूडेंट्स ने पंजाबी एलिजिबिलिटी टैसट जिन्हां ने हुण तक दिता उन्हां ने देखिया होना ये पुछया जांदा कि किरिया किन्ने प्रकार दी हुंदी है, जां फिर वाक दे के पुछ लिया जांदा कि इहदे विच किहड़ी किरिया वरती गई आ। मतलब कि मेरे कहण दा मीनिंग ये आ कि जो किरिया वाला टॉपिक है ना, इस दे विचों बहुत ही MCQ ज़्यादा डूंघाई दे विचों आउंदे आ। सो तुसीं वीडियो नूं पूरे ध्यान दे नाल देखना। ਤਾਂ ज़्यादा टाइम वेस्ट ना करते हुए ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜਿਨ੍ਹਾਂ ਸ਼ਬਦਾਂ ਤੋਂ ਕੰਮ ਦੇ ਹੋਣ ਦਾ ਪਤਾ ਕਾਲ ਸਾਹਿਤ ਲੱਗੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ। ਹਾਂਜੀ, ਜਿਨ੍ਹਾਂ ਸ਼ਬਦਾਂ ਤੋਂ ਕੰਮ ਦੇ ਹੋਣ ਦਾ ਪਤਾ ਕਾਲ ਸਾਹਿਤ ਲੱਗੇ ਉਸ ਨੂੰ ਕਿਰਿਆ ਬੋਲਿਆ ਜਾਂਦਾ ਹੈ। ਆਪਸ਼ਨ ਈਡੀ ਇਜ਼ ਦਾ ਰਾਈਟ ਆਨਸਰ। ਹਾਂਜੀ, ਕਿਸੇ ਕੰਮ ਦੇ ਹੋਣ ਬਾਰੇ, ਉਸ ਦੇ ਵਾਪਰਨ ਬਾਰੇ ਜਾਂ ਉਸ ਦੇ ਕੀਤੇ ਜਾਣ ਬਾਰੇ ਜਿਹੜੇ ਸ਼ਬਦਾਂ ਦਾ ਪ੍ਰਯੋਗ ਕੀਤਾ ਜਾਂਦਾ ਉਸ ਨੂੰ ਕਿਰਿਆ ਆਖਦੇ ਹਨ। ਜਿਵੇਂ ਜਸਵਿੰਦਰ ਹਾਕੀ ਖੇਡਦਾ ਹੈ, ਜਸਵਿੰਦਰ ਹਾਕੀ ਖੇਡਿਆ, ਜਸਵਿੰਦਰ ਹਾਕੀ ਖੇਡੇਗਾ। ਤਾਂ ਇਹਨਾਂ ਦੇ ਵਿੱਚ ਕੀ ਆ ਕਿ ਖੇਡਦਾ ਹੈ, ਖੇਡਿਆ ਤੇ ਖੇਡੇਗਾ। ਜਸਵਿੰਦਰ ਦੇ ਹਾਕੀ ਖੇਡਣ ਦਾ ਕਾਲ ਆ ਜਿਹੜਾ ਉਹ ਪਤਾ ਲੱਗ ਰਿਹਾ ਵਾ, ਇਸ ਲਈ ਇਹ ਕੀ ਆ, ਕਿਰਿਆ ਨੇ। ਠੀਕ ਹੈ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਨੈਕਸਟ ਹੈ ਮੁੱਖ ਰੂਪ ਵਿੱਚ ਕਿਰਿਆ ਕਿੰਨੀ ਕਿਸਮ ਦੀ ਹੁੰਦੀ ਹੈ। ਹਾਂਜੀ, ਕਿਰਿਆ 2 ਪ੍ਰਕਾਰ ਦੀ ਹੁੰਦੀ ਹੈ। ਮੁੱਖ ਰੂਪ ਦੇ ਵਿੱਚ ਕਿਰਿਆ ਕਿੰਨੀ ਕਿਸਮ ਦੀ ਹੁੰਦੀ ਆ? 2 ਤਰ੍ਹਾਂ ਦੀ ਹੁੰਦੀ ਆ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਕਿਹੜੀ ਕਿਹੜੀ? ਇੱਕ ਆਕਰਮਕ ਕਿਰਿਆ ਤੇ ਦੂਸਰੀ ਸਕਰਮਕ ਕਿਰਿਆ। ਠੀਕ ਹੈ, ਆਕਰਮਕ ਕਿਰਿਆ ਤੇ ਇੱਕ ਸਕਰਮਕ ਕਿਰਿਆ। ਆਕਰਮਕ ਕਿਰਿਆ ਉਹ ਹੁੰਦੀ ਆ, ਉਹ ਕਿਰਿਆ ਜੋ ਕਰਮ ਤੋਂ ਬਿਨਾ ਹੁੰਦੀ ਆ। ਠੀਕ ਹੈ, ਜਿਹਦੇ ਵਿੱਚ ਕਰਮ ਨਹੀਂ ਹੁੰਦਾ। ਕਰਮ ਕੀ ਹੁੰਦਾ ਵੈਸੇ? ਕਰਮ ਉਹ ਹੁੰਦਾ ਜਿਸ ਉੱਤੇ ਕੰਮ ਕੀਤਾ ਜਾਵੇ, ਉਸ ਨੂੰ ਕਰਮ ਬੋਲਦੇ ਆ। ਠੀਕ ਹੈ, ਜਿਵੇਂ ਆਪਾਂ ਬੋਲੀਏ ਕਿ ਪੀਂਦਾ ਹੈ, ਲਿਖਦਾ ਹੈ, ਕੰਮ ਕਰਦਾ, ਜਿਹੜਾ ਪੀਂਦਾ ਤੇ ਲਿਖਦਾ ਇਹ ਕਰਮ ਹੋ ਜਾਣਗੇ ਫਿਰ। ਠੀਕ ਹੈ, ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਸਕਰਮਕ ਕਿਰਿਆ ਦੀ। ਸਕਰਮਕ ਕਿਰਿਆ ਵਾ ਜਿਹੜੀ ਇਹ ਕੀ ਹੁੰਦੀ ਆ, ਇਸ ਵਿੱਚ ਕਰਤਾ ਤੇ ਕਰਮ ਦੋਵੇਂ ਹੀ ਹੁੰਦੇ ਆ। ਠੀਕ ਹੈ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਨੈਕਸਟ ਹੈ ਸੌਣਾ, ਜਾਗਣਾ, ਰੋਣਾ, ਹੱਸਣਾ, ਨੱਚਣਾ ਆਦਿ ਸ਼ਬਦ ਕੀ ਹਨ। ਹਾਂਜੀ, ਇਹ ਸ਼ਬਦ ਕੀ ਨੇ? ਇਹ ਕਿਰਿਆ ਨੇ। ਕਿਰਿਆ ਹੋ ਰਹੀ ਹੈ ਨਾ, ਕੋਈ ਬੰਦਾ ਸੌ ਰਿਹਾ ਵਾ, ਜਾਗ ਰਿਹਾ ਵਾ, ਰੋ ਰਿਹਾ ਵਾ, ਹੱਸ ਰਿਹਾ ਵਾ, ਨੱਚ ਰਿਹਾ ਵਾ, ਤਾਂ ਇਹ ਕਿਰਿਆ ਕਰ ਰਿਹਾ ਹੋ। ਠੀਕ ਹੈ, ਆਪਸ਼ਨ ਸੱਸਾ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਜੀ, ਹਾਂਜੀ, ਇਹਦੇ ਵਿੱਚੋਂ ਤੁਸੀਂ ਕਿਰਿਆ ਚੁਣੋ। ਕਿਰਿਆ ਕਿਹੜੀ ਆ? ਹੱਸਣਾ, ਖੇਡਣਾ, ਨੱਚਣਾ। ਆਪਸ਼ਨ ਸੱਸਾ ਇਜ਼ ਦਾ ਰਾਈਟ ਆਨਸਰ। ਇੱਥੇ ਤੁਹਾਨੂੰ ਕੁਛ ਵੀ ਆ ਸਕਦਾ ਸੀ। ਪੀਂਦਾ ਹੈ, ਪੀਂਦਾ ਸੀ, ਪੀਂਦਾ ਏ, ਪੀਵੇਗਾ। ਠੀਕ ਹੈ, ਲਿਖਦਾ ਹੈ, ਲਿਖਦੀ ਹੈ, ਇਸ ਤਰ੍ਹਾਂ ਕੁਛ ਵੀ ਆ ਸਕਦਾ। ਨੈਕਸਟ ਹੈ ਸਹਾਇਕ, ਸੰਸਰੰਗੀ ਅਤੇ ਮੁੱਖ ਕਿਰਿਆ ਕਿਸ ਦੇ ਰੂਪ ਹਨ। ਜਿਵੇਂ ਕਿ ਅਸੀਂ ਦੱਸਿਆ ਮੁੱਖ ਰੂਪ ਤੋਂ ਕਿਰਿਆ 2 ਪ੍ਰਕਾਰ ਦੀ ਹੁੰਦੀ ਆ। ਕਿੰਨੇ ਪ੍ਰਕਾਰ ਦੀ ਹੁੰਦੀ ਆ? 2 ਪ੍ਰਕਾਰ ਦੀ, ਆਕਰਮਕ ਅਤੇ ਸਕਰਮਕ ਕਿਰਿਆ। ਠੀਕ ਹੈ, ਪਰ ਅੱਗੇ ਕਿਰਿਆ ਦੇ ਹੋਰ ਭੇਦ ਵੀ ਦੱਸੇ ਗਏ ਆ। ਉਹ ਭੇਦ ਕਿਹੜੇ ਨੇ? ਕਿਰਿਆ ਦੇ ਕੁਝ ਹੋਰ ਭੇਦ ਵੀ ਆ। ਉਹਦੇ ਵਿੱਚ ਕਿਰਿਆ 3 ਪ੍ਰਕਾਰ ਦੀ ਬੋਲੀ ਗਈ ਆ। ਮੁੱਖ ਰੂਪ ਦੇ ਵਿੱਚ ਤਾਂ ਤੁਹਾਨੂੰ 2 ਦੀ ਹੀ ਪੁੱਛੀ ਜਾਵੇਗੀ। ਠੀਕ ਹੈ, ਤੇ ਪਰ ਇਸ ਤਰ੍ਹਾਂ ਦੇ MCQ ਤੁਹਾਨੂੰ ਆ ਸਕਦੇ ਆ। ਤੇ ਇਸ ਦੇ ਵਿੱਚ ਕੀ ਹੈ ਕਿ ਸਹਾਇਕ, ਸੰਸਰੰਗੀ ਕਿਰਿਆ, ਮੁੱਖ ਕਿਰਿਆ। ਕੁਝ ਆਨਸਰ ਆਪਸ਼ਨ ਤੇ ਵੀ ਡਿਪੈਂਡ ਕਰਦੇ ਆ। ਮੰਨ ਲਓ ਤੁਹਾਨੂੰ ਆਪਸ਼ਨ ਇਹ ਆ ਸਕਦੀਆਂ ਵਾ। ਠੀਕ ਹੈ ਜੀ, ਮਤਲਬ 3 ਦੀ ਆਪਸ਼ਨ ਨਹੀਂ ਆਵੇਗੀ, 2 ਜਾਂ 3 ਦੇ ਵਿੱਚੋਂ ਇੱਕ ਆਪਸ਼ਨ ਆਵੇਗੀ। ਹਾਂਜੀ, ਤਾਂ ਸੰਸਰੰਗੀ ਕਿਰਿਆ, ਸਹਾਇਕ ਕਿਰਿਆ ਤੇ ਮੁੱਖ ਕਿਰਿਆ ਇਹ ਵੀ ਕਿਰਿਆ ਦੀਆਂ ਕਿਸਮਾਂ ਹਨ। ਆਪਸ਼ਨ ਆੜਾ ਇਜ਼ ਦਾ ਰਾਈਟ ਆਨਸਰ। ਠੀਕ ਹੈ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਨੈਕਸਟ ਹੈ ਜਿਸ ਵਾਕ ਵਿੱਚ ਕਰਮ ਨਾ ਹੋਵੇ, ਕੇਵਲ ਕਰਤਾ ਹੋਵੇ, ਉੱਥੇ ਕਿਹੜੀ ਕਿਰਿਆ ਹੋਵੇਗੀ। ਇਹ ਮੈਂ ਤੁਹਾਨੂੰ ਆਲਰੇਡੀ ਦੱਸ ਦਿੱਤਾ ਕਿ ਜਿਹਦੇ ਵਿੱਚ ਕਰਮ ਨਾ ਹੋਵੇ, ਕੇਵਲ ਕਰਤਾ ਹੋਵੇ, ਉੱਥੇ ਕਿਹੜੀ ਕਿਰਿਆ ਵਰਤੀ ਜਾਂਦੀ ਆ? ਆਕਰਮਕ ਕਿਰਿਆ ਵਰਤੀ ਜਾਂਦੀ ਆ, ਜਿਹੜੀ ਕਿ ਪਹਿਲੀ ਟਾਈਪ ਆ ਕਿਰਿਆ ਦੀ, ਆਕਰਮਕ ਕਿਰਿਆ। ਠੀਕ ਹੈ, ਇਸ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ, ਬਹੁਤ ਇੰਪੋਰਟੈਂਟ। ਹਾਂਜੀ, ਨੈਕਸਟ ਹੈ, ਨੈਕਸਟ ਦੇਖ ਲਓ। ਜਿਨ੍ਹਾਂ ਵਾਕਾਂ ਵਿੱਚ
ਹੈ ਜਾਂ ਸੀ ਇਕੱਲਾ ਸ਼ਬਦ ਹੀ ਕਿਰਿਆ ਹੋਵੇ ਉਸ ਨੂੰ ਕਿਹੜੀ ਕਿਰਿਆ ਕਿਹਾ ਜਾਂਦਾ ਹੈ। ਹਾਂਜੀ, ਜਿਨ੍ਹਾਂ ਵਾਕਾਂ ਦੇ ਵਿੱਚ ਕੇਵਲ ਹੈ ਅਤੇ ਸੀ ਇਕੱਲਾ ਹੀ ਕਿਰਿਆ ਕਰੇ ਉਹਨਾਂ ਨੂੰ ਅਸੀਂ ਬੋਲਦੇ ਹਾਂ ਸੰਸਰੰਗੀ ਕਿਰਿਆ। ਆਪਸ਼ਨ ਈਡੀ ਇਜ਼ ਦਾ ਰਾਈਟ ਆਨਸਰ। ਇਸ ਗੱਲ ਦਾ ਤੁਸੀਂ ਧਿਆਨ ਰੱਖਣਾ, ਜਦੋਂ ਵਾਕ ਵਿੱਚ ਹੈ ਸੀ ਅਤੇ ਇਹਨਾਂ ਦੇ ਰੂਪ ਵਿੱਚ ਇਕੱਲਿਆਂ ਹੀ ਕਿਰਿਆ ਦਾ ਕੰਮ ਕਰਨ ਤਾਂ ਇਸ ਨੂੰ ਸੰਸਰੰਗੀ ਕਿਰਿਆ ਕਹਿੰਦੇ ਆ। ਜਿਵੇਂ ਮਨਮੋਹਨ ਮਿਹਨਤੀ ਅਤੇ ਤੁਸੀਂ ਸ਼ਰਾਰਤੀ ਹੋ, ਇਸ ਤਰ੍ਹਾਂ ਦੇ ਵਾਕ ਆ ਜਾਂਦੇ ਆ। ਠੀਕ ਹੈ, ਨੈਕਸਟ ਹੈ ਜੀ ਲਿਖ, ਪੜ੍ਹ, ਦੌੜ, ਸੁਣ, ਖਾ ਕੀ ਹਨ। ਹਾਂਜੀ, ਲਿਖਣਾ, ਪੜ੍ਹਨਾ, ਦੌੜਨਾ, ਸੁਣਨਾ, ਖਾਣਾ ਇਹ ਸਾਰੀਆਂ ਕਿਰਿਆਵਾਂ ਹਨ। ਆਪਸ਼ਨ ਸੱਸਾ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਜਿਸ ਕਿਰਿਆ ਦਾ ਕਰਤਾ ਅਤੇ ਕਰਮ ਦੋਵੇਂ ਹੋਣ ਉਹ ਕਿਹੜੀ ਕਿਰਿਆ ਅਖਵਾਉਂਦੀ ਹੈ। ਹਾਂਜੀ, ਜਿਹੜੀ ਕਿਰਿਆ ਦੇ ਵਿੱਚ ਕਰਤਾ ਵੀ ਹੋਵੇ ਅਤੇ ਕਰਮ ਵੀ ਹੋਵੇ ਉਹ ਹੁੰਦੀ ਹੈ ਸਕਰਮਕ ਕਿਰਿਆ। ਆਪਸ਼ਨ ਸੱਸਾ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਮੈਂ ਖਾਣਾ ਖਾ ਲਿਆ ਹੈ ਵਾਕ ਵਿੱਚ ਕਿਸਮ ਦੀ ਕਿਰਿਆ ਹੈ। ਹਾਂਜੀ, ਮੈਂ ਖਾਣਾ ਖਾ ਲਿਆ ਹੈ, ਮੈਂ ਖਾਣਾ ਖਾ ਲਿਆ ਤਾਂ ਇਹਦੇ ਵਿੱਚ ਕੀ ਆ, ਇਹਦੇ ਵਿੱਚ ਦੇਖੀਏ ਤਾਂ ਇੱਕ ਕਿਰਿਆ ਵਾ ਜਿਹੜੀ ਕਰਮ ਤੋਂ ਬਿਨਾ ਹੋ ਰਹੀ ਆ। ਠੀਕ ਹੈ, ਤਾਂ ਇਹਦੇ ਵਿੱਚ ਅਕਰਮਕ ਕਿਰਿਆ ਮੈਂ ਖਾਣਾ ਖਾ ਲਿਆ ਤਾਂ ਆਪਸ਼ਨ ਸੱਸਾ ਇੱਥੇ ਰਾਈਟ ਆਨਸਰ ਹੈ, ਅਕਰਮਕ ਕਿਰਿਆ। ਨੈਕਸਟ ਹੈ ਰਣਜੀਤ ਸਿੰਘ ਬਹਾਦਰ ਸੀ ਵਾਕ ਵਿੱਚ ਸੰਸਰੰਗੀ ਕਿਰਿਆ ਕਿਹੜੀ ਹੈ। ਹਾਂਜੀ, ਸੰਸਰੰਗੀ ਕਿਰਿਆ ਮੈਂ ਤੁਹਾਨੂੰ ਦੱਸਿਆ ਹੈ ਜਾਂ ਸੀ। ਠੀਕ ਹੈ, ਤਾਂ ਰਾਈਟ ਆਨਸਰ ਹੋਵੇਗਾ ਸੀ, ਆਪਸ਼ਨ ਆੜਾ। ਠੀਕ ਹੈ ਜੀ, ਨੈਕਸਟ ਹੈ ਬੱਚਾ ਦੌੜ ਰਿਹਾ ਹੈ ਵਿੱਚ ਕਿਹੜੀ ਕਿਰਿਆ ਹੈ। ਬੱਚਾ ਦੌੜ ਰਿਹਾ ਹੈ ਇਸ ਵਾਕ ਵਿੱਚ ਕਿਹੜੀ ਕਿਰਿਆ ਹੈ, ਤਾਂ ਇਸ ਵਾਕ ਦੇ ਵਿੱਚ ਕਿਰਿਆ ਹੈ ਅਕਰਮਕ ਕਿਰਿਆ। ਠੀਕ ਹੈ, ਆਪਸ਼ਨ ਊੜਾ ਇਸ ਦਾ ਰਾਈਟ ਆਨਸਰ ਹੈ। ਨੈਕਸਟ ਹੈ ਸੂਰਜ ਪਤੰਗ ਉਡਾ ਰਿਹਾ ਹੈ ਵਿੱਚ ਕਿਹੜੀ ਕਿਰਿਆ ਹੈ। ਹਾਂਜੀ, ਸੂਰਜ ਪਤੰਗ ਉਡਾ ਰਿਹਾ ਹੈ, ਹੁਣ ਉਡਾ ਰਿਹਾ ਹੈ ਕਿਰਿਆ ਬਣ ਗਈ ਨਾ, ਉਡਾ ਰਿਹਾ ਹੈ ਤਾਂ ਇਹਦੇ ਵਿੱਚ ਇਹ ਕੀ ਹੋ ਗਈ ਸਕਰਮਕ ਕਿਰਿਆ। ਹੁਣ ਸਾਨੂੰ ਦੇਖੋ ਐਗਜ਼ੈਕਟਲੀ ਪਤਾ ਲੱਗ ਰਿਹਾ ਨਾ ਕਰਮ ਕੀ ਹੋ ਰਿਹਾ, ਪਤੰਗ ਉਡਾ ਰਿਹਾ ਵਾ, ਕਰਮ ਵੀ ਆ ਗਿਆ, ਕਰਤਾ ਵੀ ਆ ਗਿਆ ਤਾਂ ਇਹ ਕਿਹੜੀ ਕਿਰਿਆ ਹੋ ਗਈ ਸਕਰਮਕ ਕਿਰਿਆ। ਆਪਸ਼ਨ ਸੱਸਾ ਇਜ਼ ਦਾ ਰਾਈਟ ਆਨਸਰ। ਠੀਕ ਹੈ ਜੀ, ਤੇ ਜੇਕਰ ਇੱਥੇ ਆ ਜਾਂਦਾ ਹੈ ਕਿ ਸੂਰਜ ਉਡਾ ਰਿਹਾ ਹੈ ਤਾਂ ਕੀ ਉਡਾ ਰਿਹਾ, ਇਹ ਕਿਰਿਆ ਕੀ ਹੋ ਜਾਣੀ ਸੀ ਕਰਮ ਤੋਂ ਬਿਨਾ, ਫਿਰ ਅਸੀਂ ਅਕਰਮਕ ਲਗਾ ਦੇਣਾ ਸੀਗਾ। ਇਸ ਗੱਲ ਦਾ ਹੁਣ ਤੁਸੀਂ ਧਿਆਨ ਰੱਖਣਾ। ਨੈਕਸਟ ਹੈ ਕੁੜੀ ਗਜ਼ਲ ਗਾਉਂਦੀ ਹੈ ਵਿੱਚ ਕਿਹੜੀ ਕਿਰਿਆ ਹੈ। ਹੁਣ ਵੀ ਤੁਸੀਂ ਆਰਾਮ ਨਾਲ ਦੱਸ ਸਕਦੇ ਹੋ, ਜੇਕਰ ਆ ਜਾਂਦਾ ਕਿ ਕੁੜੀ ਗਾਉਂਦੀ ਹੈ ਤਾਂ ਕੀ ਗਾਉਂਦੀ ਹੈ, ਸਾਨੂੰ ਨਹੀਂ ਪਤਾ ਲੱਗਣਾ ਸੀ ਸੌਂਗ ਗਾਉਂਦੀ ਆ ਜਾਂ ਗਜ਼ਲ ਗਾਉਂਦੀ ਆ ਜਾਂ ਕਵਿਤਾ ਗਾ ਰਹੀ ਆ। ਠੀਕ ਹੈ, ਤਾਂ ਉੱਥੇ ਆਪਾਂ ਕਰਮਕ ਕਿਰਿਆ ਲਾਉਣੀ ਸੀ, ਪਰ ਹੁਣ ਇੱਥੇ ਐਗਜ਼ੈਕਟਲੀ ਦੱਸ ਦਿੱਤਾ ਕਿ ਗਜ਼ਲ ਗਾ ਰਹੀ ਆ ਤਾਂ ਆਪਸ਼ਨ ਅਸੀਂ ਕਿਹੜੀ ਲਗਾਵਾਂਗੇ ਸੱਸਾ, ਸਕਰਮਕ ਕਿਰਿਆ। ਨੈਕਸਟ ਹੈ ਜੀ ਮੁੰਡੇ ਖੇਡਦੇ ਹਨ ਵਿੱਚ ਕਿਹੜੀ ਕਿਰਿਆ ਹੈ। ਹਾਂਜੀ, ਮੁੰਡੇ ਖੇਡਦੇ ਹਨ, ਮੁੰਡੇ ਹੁਣ ਖੇਡਦੇ ਹਨ ਪਰ ਕੀ ਖੇਡਦੇ ਹਨ ਇਹ ਤਾਂ ਕੁਝ ਕਲੀਅਰ ਨਹੀਂ ਨਾ ਹੋਇਆ, ਤਾਂ ਆਪਾਂ ਇਹਨੂੰ ਕੀ ਬੋਲਾਂਗੇ ਕਿ ਇਹ ਕਰਮਕ ਕਿਰਿਆ ਵਾ ਜਿਹੜੀ ਕਿ ਕਰਮ ਤੋਂ ਬਿਨਾ ਹੋ ਰਹੀ ਆ, ਤਾਂ ਆਪਸ਼ਨ ਨੰਬਰ ਊੜਾ ਇੱਥੇ ਰਾਈਟ ਆਨਸਰ ਲੱਗੇਗਾ ਕਿ ਇਹ ਅਕਰਮਕ ਕਿਰਿਆ ਹੈ। ਨੈਕਸਟ ਹੈ ਜਿਸ ਵਾਕ ਵਿੱਚੋਂ ਕਿਰਿਆ ਦਾ ਕਰਮ ਨਾ ਹੋਵੇ ਉਸ ਨੂੰ ਕੀ ਕਹਿੰਦੇ ਆ। ਹਾਂਜੀ, ਜਿਸ ਵਾਕ ਵਿੱਚ ਕਿਰਿਆ ਦਾ ਕਰਮ ਨਾ ਹੋਵੇ ਉਸ ਨੂੰ ਅਸੀਂ ਅਕਰਮਕ ਕਿਰਿਆ ਬੋਲਦੇ ਹਾਂ। ਆਪਸ਼ਨ ਆੜਾ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਕਿਰਿਆ ਕਿੰਨੀ ਪ੍ਰਕਾਰ ਦੀ ਹੁੰਦੀ ਹੈ। ਹਾਂਜੀ, ਇੱਥੇ ਮੈਂ ਦੋਨੋਂ ਹੀ ਟਾਈਪਸ ਆ ਜਿਹੜੀਆਂ ਐਡ ਕੀਤੀਆਂ ਹੋਈਆਂ ਨੇ ਕਿ ਜੇਕਰ ਐਗਜ਼ਾਮ ਦੇ ਵਿੱਚ ਇਸ ਤਰ੍ਹਾਂ ਹੁੰਦਾ ਤਾਂ ਤੁਸੀਂ ਕਿਵੇਂ ਕਰਨਾ। ਦੇਖੋ ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਆ, ਮੁੱਖ ਰੂਪ ਦੇ ਵਿੱਚ ਮੇਲ ਦੀ ਜਿਹੜੀ ਕਿਰਿਆ ਵਾ ਉਹ 2 ਪ੍ਰਕਾਰ ਦੀ ਹੀ ਮੰਨੀ ਜਾਂਦੀ ਆ, ਤਾਂ ਸਾਡੀ ਮੇਨ ਆਪਸ਼ਨ 2 ਹੋਵੇਗੀ। ਜੇਕਰ ਸਾਨੂੰ ਐਗਜ਼ਾਮ ਦੇ ਵਿੱਚ 2 ਦੀ ਆਪਸ਼ਨ ਨਹੀਂ ਮਿਲਦੀ ਤਾਂ ਉੱਥੇ ਅਸੀਂ 3 ਲਗਾਵਾਂਗੇ, ਕਿਉਂਕਿ ਕਿਰਿਆ ਦੇ ਦੂਸਰੇ ਭੇਦ ਤੋਂ ਕਿਰਿਆ 3 ਪ੍ਰਕਾਰ ਦੀ ਹੁੰਦੀ ਆ। ਕਿਹੜੀ ਸੰਸਰੰਗੀ, ਸਹਾਇਕ ਅਤੇ ਮੁੱਖ ਕਿਰਿਆ, ਪਰ ਮੁੱਖ ਤੌਰ ਤੇ ਤਾਂ 2 ਹੀ ਹੁੰਦੀ ਹੈ ਨਾ, ਸਕਰਮਕ ਅਤੇ ਅਕਰਮਕ। ਨੈਕਸਟ ਹੈ ਸੰਸਰੰਗੀ, ਸਹਾਇਕ ਅਤੇ ਮੁੱਖ ਕਿਰਿਆ ਕਿਸ ਦੇ ਰੂਪ ਹਨ, ਕਿਰਿਆ ਦੇ। ਆਪਸ਼ਨ ਨੰਬਰ ਊੜਾ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਹੇਠਾਂ ਲਿਖੇ ਸ਼ਬਦਾਂ ਵਿੱਚੋਂ ਕਿਰਿਆ ਚੁਣੋ। ਹਾਂਜੀ, ਇਹਨਾਂ ਦੇ ਵਿੱਚੋਂ ਤੁਸੀਂ ਕਿਰਿਆ ਚੁਣਨੀ ਆ, ਤਾਂ ਕਿਰਿਆ ਕਿਹੜੀ ਹੈ, ਹੱਸਦੇ, ਖੇਡਦੇ। ਆਪਸ਼ਨ ਸੱਸਾ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਜੀ, ਹਾਂਜੀ ਨੈਕਸਟ ਹੈ ਜਿਹੜੇ ਸ਼ਬਦਾਂ ਤੋਂ ਕਿਸੇ ਕੰਮ ਦੇ ਹੋਣ ਦਾ ਪਤਾ ਲੱਗੇ ਉਸ ਨੂੰ ਕੀ ਕਹਿੰਦੇ ਹਨ। ਹਾਂਜੀ, ਜਿਹੜੇ ਸ਼ਬਦਾਂ ਤੋਂ ਕਿਸੇ ਕੰਮ ਦੇ ਹੋਣ ਦਾ ਪਤਾ ਲੱਗੇ ਉਸ ਨੂੰ ਕਿਰਿਆ ਬੋਲਦੇ ਆ। ਆਪਸ਼ਨ ਸੱਸਾ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਜੀ ਮੈਂ ਰੋਟੀ ਖਾ ਲਈ ਹੈ
ਵਾਕ ਵਿੱਚ ਕਿਹੜੀ ਕਿਸਮ ਦੀ ਵਰਤੋਂ ਹੋਈ। ਹਾਂਜੀ, ਮੈਂ ਰੋਟੀ ਖਾ ਲਈ ਹੈ, ਇਸ ਵਾਕ ਦੇ ਵਿੱਚ ਵਰਤੋਂ ਹੋਈ ਆ ਸੰਸਰੰਗੀ ਕਿਰਿਆ ਦੀ। ਆਪਸ਼ਨ ਸੱਸਾ ਇਜ਼ ਦਾ ਰਾਈਟ ਆਨਸਰ, ਕਿਉਂਕਿ ਮੈਂ ਰੋਟੀ ਖਾ ਲਈ ਹੈ, ਰੋਟੀ ਖਾ ਲਈ ਹੈ। ठीक है, क्योंकि रोटी तो खा चुके है ना, रोटी खा लई है उन्हें, तो हुण इहदे वाक विच है ही इकल्ली क्रिया रह गई। नैक्सट है बच्चे खेडदे हन, वाक विच किहड़ी क्रिया है। हाँ जी, बच्चे खेडदे हन वाक दे विच है सहायक क्रिया। ऑप्शन ऊड़ा इज द राइट आंसर। नैक्सट है मनजीत बहादुर है, वाक विच संसरंगी क्रिया किहड़ी है। हाँ जी, मनजीत बहादुर है, तो इस दे विच संसरंगी क्रिया किहड़ी है। संसरंगी क्रिया हैगी है जी है। ठीक है, ऑप्शन नंबर ऊड़ा इत्थे राइट आंसर है। नैक्सट है अकर्मक क्रिया वाला वाक चुनो। हाँ जी, अकर्मक क्रिया वाला वाक चुनो। अकर्मक क्रिया वो हुंदी है जिहड़ी करता तो बिना हुंदी है। हुण देखो मुंडा हाकी खेड रहा है, इस कर्मक क्रिया बन गई। ठीक है, चिड़ी दाने चुगदी है, ये भी सकर्मक क्रिया। कुड़ी रस्सी टपदी है, ये भी सकर्मक क्रिया। मींह पैंदा है, तो यह होगी अकर्मक क्रिया। ऑप्शन आड़ा इज द राइट आंसर। नैक्सट है जी जिस वाक विच क्रिया का कर्म होवे उसनूं की आखदे आ। हाँ जी, जिस वाक विच क्रिया का कर्म होवे उसनूं आखदे आ सकर्मक क्रिया। ठीक है, इत्थे ऑप्शन सस्सा राइट बनना सी, इत्थे बाई मिसटेक टाइप्स गलती हुई है। ठीक है जी, सकर्मक क्रिया है कि जिस वाक दे विच क्रिया का कर्म होवे। ठीक है, जिहदे च ना होवे वो कर्मक क्रिया। अगे सहायक क्रिया अते मुख क्रिया किस दा रूप हैं। हाँ जी, सहायक क्रिया ते मुख क्रियावां ये क्रिया का ही रूप हैं। ऑप्शन ऊड़ा इज द राइट आंसर। नैक्सट है मुंडे पढ़ते हैं, वाक विच क्रिया किस किस्म की है। हाँ जी, मुंडे पढ़ते हैं, इस वाक दे विच जिहड़ी क्रिया वा वो संसरंगी क्रिया है जां फिर सकर्मक क्रिया है जां अकर्मक क्रिया है। हाँ जी, मुंडे पढ़ते हैं अकर्मक क्रिया। ऑप्शन सस्सा इज द राइट आंसर। नैक्सट है रमन योत डरपोक है, वाक विच संसरंगी क्रिया किहड़ी है। हाँ जी, संसरंगी क्रिया किहड़ी है जां सी, तो इहदे विच राइट आंसर की होवेगा ऑप्शन ऊड़ा कि रमन जोत डरपोक है दे विच है संसरंगी क्रिया। नैक्सट है पूर्ण अकर्मक क्रिया किहड़े वाक विच है। हाँ जी, हुण तुसीं सोचोगे कि पूर्ण अकर्मक क्रिया की आ। देखो मैं तुहानूं दस्सिया कि क्रिया दो तरह की हुंदी है, अकर्मक अते सकर्मक। अकर्मक क्रिया भी अगे दो तरह की हुंदी है, पूर्ण अकर्मक क्रिया अते अपूर्ण अकर्मक क्रिया। ठीक है, पूर्ण क्रिया किहड़ी हुंदी है, पूर्ण कर्मक क्रिया किसी वाक का पूरा अर्थ समझ विच आउंदा होवे तां उसनूं पूर्ण कर्मक क्रिया बोलदे आ। जिवें मैं लिखदा हाँ सोहन खेडदा है। ठीक है, इस तरह जदों वाक का पूरा अर्थ समझ विच आउंदा वा तां उहनूं असीं बोलदे आ सकर्मक अकर्मक क्रिया, पूर्ण अकर्मक क्रिया। जदों वाक का जिहड़ा चंगी तरह अर्थ समझ दे विच ना आवे, ठीक तरह अर्थ ना निकले, ठीक है, तो उन्होंने असीं अपूर्ण बोलते हैं। जिवें वो पी गया, उपरोक्त वाक विच पता नहीं कि वो कौन आ ते की पी गया। ठीक है, इस तरह दुध पी गया, चाह पी गया या पानी पी गया, तो राइट आंसर की होवेगा इहदे विच बच्चा रोया। ठीक है, ये की है पूर्ण अकर्मक क्रिया, जिहदे तो आपां नूं क्लीयर हो गया कि मतलब वाक का अर्थ समझ आ गया। नैक्सट सकर्मक क्रिया किस विच है। हाँ जी, सकर्मक क्रिया इन्हां दे विचों किहदे विच आ, कुड़ी कहानी पढ़दी है। ऑप्शन आड़ा इज द राइट आंसर। हाँ जी, हुण असीं करांगे क्रिया दी परिभाषा अते क्रिया दीयां किस्मां नूं डिटेल दे विच। हाँ जी, क्रिया दी परिभाषा बारे जाणदे हां। पहिलां असीं कि क्रिया हुंदी की आ, किसी काम दे होण बारे, उस दे वापरण बारे जां उस दे कीते जाण बारे जिहड़े शब्द वरते जांदे हन उस नूं व्याकरण दे विच क्रिया बोलदे आ। जिवें मैं बोलां राम पढ़ रहा है, तां इहदे विच पढ़ रहा है की होगी क्रिया। वो गा रहा है, गा रहा है की होगी क्रिया। वो की हो गया, वो हो गया पढ़नाम। वो खेड रहा है, वो खेड रहा है क्रिया वा कि वो की कर रहा है। ठीक है, जिवें मैं बोला राम चाह पींदा है, तो पींदा है की होगी क्रिया होगी। ठीक है, तो हुण अगे असीं गल करदे हां क्रिया दी किस्म बारे। क्रिया दीयां किस्मां, क्रिया दीयां दो किस्मां हुंदियां ने, एक अकर्मक क्रिया ते दूजी सकर्मक क्रिया। ठीक है, ते अकर्मक क्रिया की हुंदी आ, अकर्मक क्रिया दे विच अकर्मक क्रिया तो भाव कर्म रहत। अकर्मक तो भाव अकर्मक हो गया ना, अकर्मक नाम तो ही श्योर हो रहा वा कि अकर्मक तो भाव
कर्म रहत। इस तरह जिस वाक विच किरिया दा कर्म नहीं हुंदा बल्कि केवल करता ही हुंदा है उस नूं अकर्मक किरिया आखदे हन। हाँ जी, जिहड़ी किरिया दे विच कर्म नहीं हुंदा सिर्फ करता ही हुंदा उस नूं असीं अकर्मक किरिया बोलदे हां। फॉर एग्जाम्पल तो समझदे हां। रमन सुत्ता है, सीता पढ़दी है। ठीक है, ਤਾਂ ਵਾਕਾਂ ਦੇ ਵਿੱਚ ਰਮਨ ਤੇ ਸੀਤਾ ਇਹ ਕੀ ਆ, ਕਰਤਾ ਨਹੀਂ। ਇਸ ਵਾਕ ਦੇ ਵਿੱਚ ਕਰਤਾ ਹੈ ਪਰ ਵਾਕ ਵਿੱਚ ਕੋਈ ਕਰਮ ਨਾ ਹੋਣ ਕਾਰਨ ਇਨ੍ਹਾਂ ਕਿਰਿਆਵਾਂ ਵਿੱਚ ਸੁੱਤਾ ਹੈ, ਪੜ੍ਹਦੀ ਹੈ ਅਕਰਮਕ ਕਿਰਿਆ ਹਨ। ਜਾਣੀ ਕਿ ਇਹ ਕੀ ਨੇ, ਅਕਰਮਕ ਕਿਰਿਆ ਨੇ। ਸੁੱਤਾ ਹੈ ਇਹਨਾਂ ਦੇ ਵਿੱਚ ਕਰਮ ਨਹੀਂਗਾ, ਸਿਰਫ ਕਰਤਾ ਹੀ ਹੈ। ਠੀਕ ਹੈ, ਅਕਰਮਕ ਕਿਰਿਆ ਵੀ ਅੱਗੇ ਦੋ ਤਰ੍ਹਾਂ ਦੀ ਹੁੰਦੀ ਆ, ਇੱਕ ਪੂਰਨ ਕਰਮਕ ਕਿਰਿਆ ਤੇ ਇੱਕ ਆਪੂਰਨ ਕਰਮਕ ਕਿਰਿਆ। ਇਹਨਾਂ ਨੂੰ ਵੀ ਅਸੀਂ ਡਿਟੇਲ ਦੇ ਵਿੱਚ ਅੱਗੇ ਡਿਸਕਸ ਕਰਦੇ ਹਾਂ। ਪੂਰਨ ਕਰਮਕ ਕਿਰਿਆ ਦੇ ਵਿੱਚ ਕੀ ਹੁੰਦਾ ਕਿ ਜਿਹੜੀ ਅਕਰਮਕ ਕਿਰਿਆ ਆਪਣੇ ਕਰਤਾ ਨਾਲ ਮਿਲ ਕੇ ਸਾਰਥਕ ਵਾਕ ਬਣਾਉਂਦੀ ਹੈ ਉਸ ਨੂੰ ਪੂਰਨ ਅਕਰਮਕ ਕਿਰਿਆ ਕਿਹਾ ਜਾਂਦਾ ਹੈ। ਜਿਹੜੀ ਅਕਰਮਕ ਕਿਰਿਆ ਨਾ ਆਪਣੇ ਕਰਤਾ ਦੇ ਨਾਲ ਮਿਲ ਕੇ ਇੱਕ ਮੀਨਿੰਗਫੁਲ ਵਾਕ ਆ, ਜਿਹੜਾ ਸੈਂਟੈਂਸ ਆ ਉਹ ਬਣਾ ਦਿੰਦੀ ਆ, ਉਸ ਨੂੰ ਅਸੀਂ ਪੂਰਨ ਅਕਰਮਕ ਕਿਰਿਆ ਆਖਦੇ ਹਾਂ। ਜਿਵੇਂ ਬਲਜੀਤ ਸੌਂ ਗਿਆ, ਅਸ਼ੋਕ ਰੋਇਆ। ਇਨ੍ਹਾਂ ਵਾਕਾਂ ਵਿੱਚ ਬਲਜੀਤ ਅਤੇ ਅਸ਼ੋਕ ਕਰਤਾ ਹਨ, ਉਹ ਸੌ ਗਿਆ ਅਤੇ ਰੋਇਆ ਅਕਰਮਕ ਕਿਰਿਆਵਾਂ ਹਨ। ਪਰੰਤੂ ਸਾਰਥਕ ਵਾਕ ਹੋਣ ਸਦਕਾ ਇਹ ਪੂਰਨ ਸਕਰਮਕ ਕਿਰਿਆ ਹਨ। ਮਤਲਬ ਵਾਕ ਦਾ ਕੋਈ ਮੀਨਿੰਗ ਬਣ ਰਿਹਾ, ਸਾਰਥਕ ਵਾਕ ਆ। ਠੀਕ ਹੈ, ਅੱਗੇ ਅਸੀਂ ਕਰਦੇ ਹਾਂ ਆਪੂਰਨ ਅਕਰਮਕ ਕਿਰਿਆ, ਜਾਣੀ ਕਿ ਅਕਰਮਕ ਕਿਰਿਆ ਦੀ ਦੂਜੀ ਟਾਈਪ। ਹੁਣ ਤੁਸੀਂ ਧਿਆਨ 'ਚ ਰੱਖੋ ਕਿ ਕਿਰਿਆ ਦੀਆਂ ਦੋ ਕਿਸਮਾਂ ਨੇ, ਸਕਰਮਕ ਅਤੇ ਅਕਰਮਕ ਕਿਰਿਆ। ਅਕਰਮਕ ਕਿਰਿਆ ਦੀਆਂ ਵੀ ਅੱਗੇ ਦੋ ਕਿਸਮਾਂ ਨੇ, ਪੂਰਨ ਅਕਰਮਕ ਕਿਰਿਆ ਅਤੇ ਦੂਸਰੀ ਆ ਆਪੂਰਨ ਅਕਰਮਕ ਕਿਰਿਆ। ਹੁਣ ਅਸੀਂ ਡਿਟੇਲ ਦੇ ਵਿੱਚ ਕਰਦੇ ਹਾਂ ਕਿ ਆਪੂਰਨ ਅਕਰਮਕ ਕਿਰਿਆ ਕਿਹੜੀ ਹੁੰਦੀ ਆ। ਜਿਹੜੀ ਕਿਰਿਆ ਅਕਰਮਕ ਕਿਰਿਆ ਆਪਣੇ ਕਰਤਾ ਨਾਲ ਮਿਲ ਕੇ ਸਾਰਥਕ ਵਾਕ ਨਾ ਬਣਾ ਸਕੇ ਉਸ ਨੂੰ ਆਪੂਰਨ ਅਕਰਮਕ ਕਿਰਿਆ ਕਹਿੰਦੇ ਨੇ। ਜਿਵੇਂ ਬਲਕਾਰ ਗਿਆ ਹੈ। ਹੁਣ ਤੁਸੀਂ ਦੇਖੋ ਇੱਥੇ ਲਿਖਿਆ ਬਲਕਾਰ ਗਿਆ ਹੈ ਪਰ ਉਹ ਕਿੱਥੇ ਗਿਆ? ਠੀਕ ਹੈ, ਇਹ ਇੱਕ ਸਾਰਥਕ ਵਾਕ ਨਹੀਂ ਨਾ ਬਣਿਆ, ਸ਼ੋਰ ਨਹੀਂ ਹੋ ਰਿਹਾ ਕਿੱਥੇ ਗਿਆ ਵਾ, ਕੀ ਕਰਨ ਗਿਆ ਵਾ। ਠੀਕ ਹੈ, ਅੰਮ੍ਰਿਤਸਰ ਗਿਆ, ਲੁਧਿਆਣੇ ਗਿਆ, ਸਕੂਲ ਗਿਆ ਜਾਂ ਫਿਰ ਨਰਸਰੀ ਕਲਾਸ ਦੇ ਵਿੱਚ ਗਿਆ। ਠੀਕ ਹੈ, ਕੁਛ ਨਹੀਂ ਸਾਨੂੰ ਪਤਾ ਕਿ ਕਿੱਥੇ ਗਿਆ। ਤਾਂ ਵਾਕ ਵਿੱਚ ਬਲਕਾਰ ਅਤੇ ਕਿਰਿਆ ਗਿਆ ਹੈ ਪਰ ਵਾਕ ਵਿੱਚੋਂ ਪਤਾ ਨਹੀਂ ਲੱਗਦਾ ਕਿ ਬਲਕਾਰ ਕਿੱਥੇ ਗਿਆ ਹੈ, ਅਰਥਾਤ ਵਾਕ ਸਾਰਥਕ ਨਾ ਹੋਣ ਕਾਰਨ ਆਪੂਰਨ ਅਕਰਮਕ ਕਿਰਿਆ ਹੈ। ਜੀ ਹੁਣ ਆ ਗਈ ਸਕਰਮਕ ਕਿਰਿਆ, ਜਿਹੜੀ ਕਿ ਕਿਰਿਆ ਦੀ ਦੂਜੀ ਕਿਸਮ। ਠੀਕ ਹੈ, ਅਕਰਮਕ ਕਿਰਿਆ ਮੈਂ ਤੁਹਾਨੂੰ ਦੱਸ ਦਿੱਤਾ ਕੀ ਹੁੰਦੀ ਹੈ ਤੇ ਸਕਰਮਕ ਕਿਰਿਆ ਉਸ ਤੋਂ ਥੋੜੀ ਆਪੋਜ਼ਿਟ ਆ ਗਈ। ਯਾਨੀ ਕਿ ਸਕਰਮਕ ਕਿਰਿਆ ਉਹ ਹੁੰਦੀ ਆ ਸਕਰਮਕ ਤੋਂ ਭਾਵ ਕਰਮ ਸਹਿਤ। ਇਸੇ ਕਾਰਨ ਜਿਸ ਵਾਕ ਵਿੱਚ ਕਿਰਿਆ ਦਾ ਕਰਮ ਹੋਵੇ ਉਸ ਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਜਤਿੰਦਰ ਹਾਕੀ ਖੇਡਦਾ ਹੈ, ਦੀਪਕ ਨਾਟਕ ਪੜ੍ਹਦਾ ਹੈ, ਯਾਨੀ ਕਿ ਨਾਵਲ ਪੜ੍ਹਦਾ ਹੈ। ਤਾਂ ਇਨ੍ਹਾਂ ਵਾਕਾਂ ਵਿੱਚ ਜਤਿੰਦਰ ਅਤੇ ਦੀਪਕ ਕਰਤਾ ਹਨ, ਖੇਡਦਾ ਹੈ, ਪੜ੍ਹਦਾ ਹੈ ਕਿਰਿਆਵਾਂ ਹਨ। ਪਰ ਸਾਨੂੰ ਇੱਥੇ ਸ਼ੋਰ ਹੋ ਗਿਆ ਕਿ ਖੇਡਦਾ ਕੀ ਹੈ, ਹਾਕੀ, ਅਤੇ ਪੜ੍ਹਦਾ ਕੀ ਹੈ, ਨਾਵਲ ਜਾਂ ਨਾਟਕ। ਤਾਂ ਇਹ ਕੀ ਹੋ ਗਏ, ਕਰਮ ਹੋ ਗਏ। ਠੀਕ ਹੈ, ਇੱਥੋਂ ਤੁਸੀਂ ਧਿਆਨ ਰੱਖੋ ਕਿ ਹੁਣ ਸਾਨੂੰ ਵਾਕ ਦੇ ਵਿੱਚ ਕਰਤਾ ਅਤੇ ਕਰਮ ਦੋਨੋਂ ਮਿਲ ਗਏ ਆ। ਇਹਨੂੰ ਅਸੀਂ ਬੋਲਦੇ ਹਾਂ ਸਕਰਮਕ ਕਿਰਿਆ। ਸਕਰਮਕ ਕਿਰਿਆ ਵਾ ਜਿਹੜੀ ਅੱਗੇ ਇਹ ਵੀ ਦੋ ਤਰ੍ਹਾਂ ਦੀ ਹੁੰਦੀ ਆ, ਪੂਰਨ ਸਕਰਮਕ ਕਿਰਿਆ ਤੇ ਆਪੂਰਨ ਸਕਰਮਕ ਕਿਰਿਆ। ਪੂਰਨ ਸਕਰਮਕ ਕਿਰਿਆ ਕਿਹੜੀ ਹੁੰਦੀ ਆ? ਜਿਹੜੀ ਸਕਰਮਕ ਕਿਰਿਆ, ਹਾਂਜੀ ਪੂਰਨ ਸਕਰਮਕ ਕਿਰਿਆ ਕਿਹੜੀ ਹੁੰਦੀ ਆ? ਜਿਹੜੀ ਸਕਰਮਕ ਕਿਰਿਆ ਆਪਣੇ ਕਰਤਾ ਅਤੇ ਕਰਮ ਨਾਲ ਮਿਲ ਕੇ ਸਾਰਥਕ ਵਾਕ ਬਣਾਵੇ ਉਸ ਨੂੰ ਪੂਰਨ ਸਕਰਮਕ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਕਿਸਾਨਾਂ ਨੇ ਭੰਗੜਾ ਪਾਇਆ, ਮੁੰਡਿਆਂ ਨੇ ਪਰੇਡ ਕੀਤੀ। ਆਪੂਰਨ ਸਕਰਮਕ ਕਿਰਿਆ ਜਿਹੜੀ ਸਕਰਮਕ ਕਿਰਿਆ ਆਪਣੇ ਕਰਤਾ ਅਤੇ ਕਰਮ ਨਾਲ ਮਿਲ ਕੇ ਸਾਰਥਕ ਵਾਕ ਨਾ ਬਣਾ ਸਕੇ ਉਸ ਨੂੰ ਅਸੀਂ ਬੋਲਦੇ ਹਾਂ ਆਪੂਰਨ ਸਕਰਮਕ ਕਿਰਿਆ। ਠੀਕ ਹੈ, ਜਿਵੇਂ ਹਰਪਾਲ ਭੈਣ ਨੂੰ ਦੱਸਣ ਲੱਗਾ, ਹਰਪਾਲ ਭੈਣ ਨੂੰ ਦੱਸਣ ਲੱਗਾ, ਪਰ ਕੀ ਦੱਸਣ ਲੱਗਾ? ਸ਼ੋਰ ਨਹੀਂ ਨਾ, ਕੀ ਦੱਸਣ ਲੱਗਾ? ਤਾਂ ਇਹ ਸਾਰਥਕ ਵਾਕ ਨਹੀਂ ਹੋਇਆ।
ਮੰਤਰੀ ਨੇ ਰਿਸ਼ਤੇਦਾਰਾਂ ਨੂੰ ਬਣਾ ਦਿੱਤਾ। ਕੀ ਬਣਾ ਦਿੱਤਾ? ਉੱਲੂ ਜਾਂ ਕੀ, ਸਾਨੂੰ ਨਹੀਂ ਪਤਾ, ਕੋਈ ਕੁਛ ਨਹੀਂ ਸ਼ੋਰ ਹੋ ਰਿਹਾ ਕਿ ਮੂਰਖ ਬਣਾਇਆ ਜਾਂ ਕੀ ਬਣਾਇਆ। ਇਨ੍ਹਾਂ ਵਾਕਾਂ ਵਿੱਚ ਹਰਪਾਲ ਤੇ ਮੰਤਰੀ ਕਰਤਾ, ਭੈਣ ਤੇ ਰਿਸ਼ਤੇਦਾਰ ਕਰਮ, ਦੱਸਣ ਲੱਗਾ ਤੇ ਬਣਾ ਦਿੱਤਾ ਕਿਰਿਆਵਾਂ ਹਨ। ਪਰ ਫਿਰ ਵੀ ਵਾਕ ਪੂਰਾ ਸਾਰਥਕ ਨਹੀਂ ਹੈ, ਇਸ ਲਈ ਇਹ ਆਪੂਰਨ ਸਕਰਮਕ ਕਿਰਿਆਵਾਂ ਹਨ। ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ। ਉਮੀਦ ਕਰਦੀ ਹਾਂ ਕਿ ਅੱਜ ਦਾ ਟੌਪਿਕ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ। ਜੇਕਰ ਤੁਹਾਨੂੰ ਇਸੇ ਤਰ੍ਹਾਂ ਦੀਆਂ ਵੀਡੀਓਜ਼ ਹੋਰ ਚਾਹੀਦੀਆਂ ਨੇ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਕਿ ਪੂਰੀ ਡਿਟੇਲ ਦੇ ਵਿੱਚ ਸਾਰੇ ਟੌਪਿਕ ਤੁਹਾਨੂੰ ਇਸੇ ਤਰ੍ਹਾਂ ਬਹੁਤ ਛੋਟੇ ਜਿਹੇ ਟਾਈਮ ਦੇ ਵਿੱਚ, ਬਹੁਤ ਘੱਟ ਟਾਈਮ ਦੇ ਵਿੱਚ ਕੰਪਲੀਟ ਕਰਾ ਦਿੱਤਾ ਜਾਵੇ। ਠੀਕ ਹੈ, ਤਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ। ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।